ਸਤਿ ਸ਼੍ਰੀ ਅਕਾਲ ਲੋਕਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ, ਰਾਜਨੀਤਿਕ ਟਿੱਪਣੀਕਾਰ ਨੇ, तमाम ਉਮਰ ਰਾਜਨੀਤੀ ਪੜਾਉਂਦੇ ਰਹੇ ਨੇ। ਸੇਖੋਂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਸ਼ੁਕਰੀਆ ਜੀ। ਜੀ ਸੇਖੋਂ ਸਾਹਿਬ, ਇੰਡੀਆ ਨਾਮ ਦਾ ਜਿਹੜਾ ਗਰੁੱਪ ਬਣਿਆ ਜਿਹਦੇ 'ਚ ਕਈ ਵਿਰੋਧੀ ਦਲ ਸ਼ਾਮਲ ਨੇ, ਇੱਕ ਹੌਸਲੇ ਦੇ ਨਾਲ ਉਹ ਗਰੁੱਪ ਅੱਗੇ ਵਧ ਰਿਹਾ। ਲਗਾਤਾਰ ਨਵੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਮੀਟਿੰਗਾਂ ਉਲੀਕੀਆਂ ਜਾ ਰਹੀਆਂ ਨੇ, ਕਈ ਡਿਵੈਲਪਮੈਂਟ ਹੋ ਰਹੀਆਂ ਨੇ, ਉਹਦੇ 'ਚ ਕਈ ਹੋਰ ਬੰਦੇ ਜਿਹੜੇ ਬਾਹਰ ਨੇ ਉਹਨਾਂ ਨੂੰ ਜੁਆਇਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਹੌਸਲਾ ਇਹ ਵੀ ਵਿਖਾਇਆ ਉਹਨਾਂ ਨੇ ਕਿ 14 ਜਿਹੜੇ ਨਾਮਵਰ ਪੱਤਰਕਾਰ ਸੀ ਦੇਸ਼ ਦੇ, ਉਹਨਾਂ ਦਾ ਵੀ ਬਾਈਕਾਟ ਦਾ ਆਖਰ ਸੱਦਾ ਦੇਤਾ, ਜਿਹੜੀ ਇੱਕ ਵੱਡੀ ਗੱਲ ਹੈ। ਪੋਲੀਟਿਕਸ ਸਮਝ ਹੀ ਨਹੀਂ ਜਾਂਦੀ ਕਿ ਪੱਤਰਕਾਰੀ ਤੋਂ ਬਿਨਾਂ ਅੱਗੇ ਵਧੂਗੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਰਾਜਨੀਤੀ ਮਾਸ ਲੈਵਲ ਦੇ ਨਾਲ ਨਾਲ IT ਸੈਕਟਰ ਜਾਂ ਫਿਰ ਸੋਸ਼ਲ ਮੀਡੀਆ ਨੂੰ ਵੀ ਅੱਗੇ ਲੈ ਕੇ ਅੱਗੇ ਵਧ ਰਹੀ ਹੈ। ਸੋ ਇੱਕ ਦਲੇਰੀ ਦੇ ਨਾਲ, ਬੜੇ ਧੜੱਲੇ ਦੇ ਨਾਲ ਰੂਲਿੰਗ ਤੇ ਹੁੰਦਿਆਂ ਹੋਇਆ ਓਪੋਜੀਸ਼ਨ ਜਿਹੜਾ ਗਰੁੱਪ ਉਹ ਇਕੱਠਾ ਹੋਇਆ ਅੱਗੇ ਵਧ ਰਿਹਾ ਹੈ। ਸੋ ਸਾਰੀਆਂ ਜੇਕਰ ਦੀ ਡਿਵੈਲਪਮੈਂਟਸ ਕੰਬਾਈਨ ਕਰਕੇ ਤੁਹਾਡੇ ਕੋਲੋਂ ਸਮਝਣਾ ਹੋਵੇ ਸੇਖੋਂ ਸਾਹਿਬ, ਤਾਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ, ਕੀ ਤੁਸੀਂ ਰਾਜਨੀਤੀ ਦੇ ਵਿੱਚ ਇਹਦੀ ਕੰਟਰੀਬਿਊਸ਼ਨ ਕਹਿ ਲਓ ਜਾਂ ਇੱਕ ਨਵਾਂ ਚੇਂਜ ਦਾ ਰਾਹ ਕਹਿ ਲਓ, ਕਿਵੇਂ ਵੇਖ ਰਹੇ ਹੋ? ਪਹਿਲੀ ਗੱਲ ਤਾਂ ਇਹ ਹੈਗਾ ਕਿ ਦੇਸ਼ ਨੇ ਪਿਛਲੇ ਲੰਮੇ ਸਮੇਂ ਤੋਂ 7 ਦਹਾਕਿਆਂ ਤੋਂ ਜ਼ਿਆਦਾ ਸਮਾਂ ਆਜ਼ਾਦੀ ਤੋਂ ਬਾਅਦ ਜਿਹੜੀ ਹੈਗੀ ਆ, ਜਿਹੜੀ ਉਹਦੀ ਰਾਜਨੀਤੀ ਹੈਗੀ ਆ, ਉਹਦੇ ਵਿੱਚ ਮੋਟੇ ਤੌਰ ਤੇ ਅਸੀਂ ਲੋਕਤੰਤਰੀ ਵਿਵਸਥਾ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਅਪ ਡਾਊਨ ਹੋਣ ਦੇ ਬਾਵਜੂਦ ਵੀ ਲੋਕਤੰਤਰ ਸਾਡਾ ਬਹੁਤ ਸਟੇਬਲ ਰਿਹਾ। ਮੈਂ ਤਾਂ ਇਹ ਕਹੂੰਗਾ ਕਿ ਦਿਨੋਂ ਦਿਨ ਉਹਦੀਆਂ ਜੜ੍ਹਾਂ ਜਿਹੜੀਆਂ ਉਹ ਡੂੰਘੀਆਂ ਹੁੰਦੀਆਂ ਗਈਆਂ। ਪਰ ਪਿਛਲੇ ਖਾਸ ਕਰਕੇ 50 ਸਾਲਾਂ ਤੋਂ ਬਾਅਦ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ, 70ਵੇਂ ਤੋਂ ਬਾਅਦ 80ਆਂ 90ਆਂ, ਇਹਦੇ ਵੀ 2 ਦਹਾਕੇ ਹੋ ਗਏ ਆ, ਤਾਂ ਨੈਚੁਰਲੀ ਹਰ ਪੱਖ ਦੇ ਵਿੱਚ ਜਿਹੜੀ ਉਹ ਗਿਰਾਵਟ ਆਉਣੀ ਸੀਗੀ। ਔਰ ਉਹ ਗਿਰਾਵਟ ਜਿਹੜੀ ਉਹਦੇ ਵਿੱਚੋਂ ਆਈ ਆ, ਉਹਦੇ ਵਿੱਚੋਂ ਕਿਉਂਕਿ ਤੁਸੀਂ ਸਾਰੇ ਉਹ ਸਮਾਜ ਦੇ ਵਿੱਚੋਂ ਆਉਂਦੇ ਹੋ। ਪਰ ਪਿਛਲੇ ਕੁਝ ਸਮੇਂ ਦੇ ਵਿੱਚ ਖਾਸ ਕਰਕੇ 10 15 18 ਸਾਲ ਦੇ ਸਮੇਂ ਦੇ ਵਿੱਚ ਜਿਹੜੀ ਗਿਰਾਵਟ ਦੀ ਜਿਹੜੀ ਗਤੀ ਆ ਉਹ ਬਹੁਤ ਤੇਜ਼ ਹੋਈ। ਔਰ ਖਾਸ ਕਰਕੇ ਕਿਉਂਕਿ ਤੁਸੀਂ ਪੱਤਰਕਾਰ ਭਾਈਚਾਰੇ ਦੀ ਗੱਲ ਕੀਤੀ ਆ, ਤੁਸੀਂ ਚੌਥੇ ਸਤੰਭ ਦੀ ਗੱਲ ਕੀਤੀ ਆ, ਤੁਸੀਂ ਇੱਕ ਬਹੁਤ ਇੰਪੋਰਟੈਂਟ ਜਿਹੜਾ ਇੰਸਟੀਟਿਊਸ਼ਨ ਉਹਦੀ ਗੱਲ ਕਰਦੇ ਹੋ ਕਿ ਜਿਹਦੀ ਖਾਸ ਕਰਕੇ ਇਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਸੰਚਾਰ ਦਾ ਆਦਾਨ ਪ੍ਰਦਾਨ ਬਹੁਤ ਜ਼ਰੂਰੀ ਹੈ। ਕਮਿਊਨੀਕੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿਹੜੀ ਇੱਕ ਵਿਅਕਤੀ ਤੋਂ, ਇੱਕ ਗਰੁੱਪ ਤੋਂ ਜਾਂ ਲੋਕਾਂ ਦਾ ਜਿਹੜਾ ਹੈਗਾ ਖਾਸਾਂ ਹੈ, ਜ਼ਿੰਮੇਵਾਰੀਆਂ ਹੈ, ਡਿਮਾਂਡਸ ਹੈ, ਸਪੋਰਟ ਹੈ, ਉਹਨੂੰ ਸਰਕਾਰ ਤੱਕ ਪਹੁੰਚਾਉਣਾ ਅਤੇ ਸਰਕਾਰ ਦਾ ਜੋ ਹੈਗਾ ਫੈਸਲੇ ਹੈਗੇ ਉਹਨੂੰ ਲੋਕਾਂ ਤੱਕ ਲੈ ਕੇ ਜਾਣਾ। ਔਰ ਇਹਦੇ ਵਿੱਚ ਜਿਹੜਾ ਉਹਨਾਂ ਨੇ ਗੇਟ ਕੀਪਿੰਗ ਕਰਨੀ ਆ ਜਾਂ ਉਹਨੂੰ ਕ੍ਰਿਸਟਲਾਈਜ਼ ਕਰਨਾ ਵਾ, ਜਾਂ ਉਹਦਾ ਜਿਹੜਾ ਪੱਖ ਉਗੇੜਨਾ ਹੈਗਾ ਵਾ, ਜਾਂ ਜਿਹੜਾ ਪੱਖ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਵਾ, ਮੋਟੇ ਤੌਰ ਤੇ ਹੁੰਦਾ ਸੀਗਾ ਕਿ ਉਹਦਾ ਕੰਮ ਹੁੰਦਾ ਕਿ ਸਰਕਾਰ ਨੂੰ ਜਵਾਬਦੇਹੀ ਕਰਨਾ, ਸਰਕਾਰ 'ਚ ਬੈਠੇ ਬੰਦਿਆਂ ਨੂੰ ਸਵਾਲ ਪੁੱਛਣਾ। ਪਰ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਇਹ ਸਾਰਾ ਵਰਤਾਰਾ ਉਲਟੇ ਪਾਸੇ ਹੋ ਗਿਆ ਸੀਗਾ। ਇਹ ਠੀਕ ਆ ਕਿ ਪੈਸੇ ਦਾ ਖੇਲ ਹੈਗਾ, ਔਰ ਇਹ ਠੀਕ ਹੈਗਾ ਕਿ ਸਾਡੀ ਰਾਜਨੀਤੀ ਦੀ ਜਿਹੜਾ ਸੁਭਾਅ ਉਹ ਬਦਲ ਗਿਆ ਕਿ ਇਸ ਸਮੇਂ 'ਚ ਰਾਜਨੀਤੀਵਾਨ ਹੁੰਦੇ ਸੀਗੇ। ਖਾਸ ਕਰਕੇ ਨਹਿਰੂ ਦੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ, ਉਦੋਂ ਸਿਰਫ ਉਹੀ ਕੰਮ ਕਰਦੇ ਸੀ ਜਿਹੜੇ ਬਿਜ਼ਨਸਮੈਨ ਸੀ, ਬਿਜ਼ਨਸ ਦਾ ਕੰਮ ਕਰਦੇ ਸੀਗੇ। ਜਿਹੜੇ ਹੋਰ ਸਮਗਲਰ ਸੀ, ਡਾਕੂ ਸੀ, ਉਹ ਆਪਣਾ ਕੰਮ ਕਰਦੇ ਸੀਗੇ। ਹੁਣ ਹੋਇਆ ਕੀ ਕਿ ਪਹਿਲੇ ਸਮੇਂ 'ਚ ਰਲਗੱਡ ਬਹੁਤ ਹੋ ਗਿਆ। ਤੁਸੀਂ ਦੇਖਿਆ ਹੋਣਾ ਕਿ AFDR ਦੀ ਰਿਪੋਰਟ ਆਈ ਸੀਗੀ, ਕਿੰਨੇ ਹੀਨੀਅਸ ਕ੍ਰਾਈਮਸ ਵਾਲੇ, ਕਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਕਾਨੂੰਨ ਬਣਾਉਣ ਵਾਲੇ ਆ, ਕਿਸ ਤਰੀਕੇ ਦੇ ਨਾਲ ਮੀਡੀਆ ਨੂੰ ਯੂਜ਼ ਕਰਕੇ ਜਿਹੜਾ ਹੈਗਾ ਵਾ ਆਪਣੇ ਸਕੋਰ ਸੈਟਲ ਕੀਤੇ ਜਾਂਦੇ ਆ, ਜਾਂ ਕਿਸ ਤਰੀਕੇ ਦਾ ਸਰਕਾਰੀ ਬੰਦਿਆਂ ਦਾ ਭਾਵੇਂ ਸਰਕਾਰੀ ਜਿਹੜੀ ਧਿਰ ਹੈਗੀ ਆ, ਰਾਜਨੀਤਿਕ ਜਿਹੜੀ ਧਿਰ ਹੈਗੀ, ਉਹਦੇ ਲੋਕਾਂ ਨੇ ਜਿਹੜੇ ਮੀਡੀਆ ਹਾਊਸ ਸੀਗੀ ਉਹਦੇ ਉੱਤੇ ਕਬਜ਼ਾ ਕੀਤਾ, ਕਿਉਂਕਿ ਉਹ ਇਨਫੋਰਮੇਸ਼ਨ ਜਿਹੜੀ ਲੋਕਾਂ ਕੋਲ ਜਾਣੀ ਆ, ਲੋਕਾਂ ਨੇ ਉੱਤੇ ਵਿਸ਼ਵਾਸ ਕਰਨਾ। ਕਿਉਂਕਿ ਅਜੇ ਵੀ ਸਾਡੇ ਲੋਕਾਂ ਦੇ ਵਿੱਚ ਖਾਸ ਕਰਕੇ ਉਸ ਕਿਸਮ ਦੀ, ਮੈਂ ਨਹੀਂ ਇਹ ਕਹਿੰਦਾ ਵੀ ਰਾਜਨੀਤਿਕ ਸੂਝ ਸਮਝ ਨਹੀਂ ਹੈਗੀ, ਸੂਝ ਸਮਝ ਬਹੁਤ ਜ਼ਿਆਦਾ ਹੈਗੀ ਆ, ਪਰ ਨੌਨ ਲਿਟਰੇਸੀ ਹੋਣ ਕਰਕੇ, ਆਪੋ ਆਪਣੇ ਕੰਮਾਂ 'ਚ ਬਿਜੀ ਹੋਣ ਕਰਕੇ, ਗਰੀਬੀ ਹੋਣ ਕਰਕੇ ਉਹਨਾਂ ਕੋਲ ਉਹ ਪੂਰੀ ਇਨਫੋਰਮੇਸ਼ਨ ਜਿਹੜੀ ਜੋ ਵਾਪਰ ਆ ਉਹ ਨਹੀਂ ਹੁੰਦੀ। ਔਰ ਜੋ ਨਹੀਂ ਹੁੰਦੀ ਤੇ ਉਹ ਜ਼ਿਆਦਾਤਰ ਇਹਨਾਂ 'ਤੇ ਰਿਲਾਈ ਕਰਦੇ ਆ, ਜਿਹੜਾ ਮੀਡੀਆ ਹਾਊਸ ਆ ਤੁਸੀਂ ਗੱਲ ਕੀਤੀ ਆ, ਉਹ ਕੀ ਕਹਿ ਰਹੇ ਆ। ਪਰ ਪਿਛਲੇ 10 ਸਾਲ ਤੋਂ ਅਸੀਂ ਦੇਖਿਆ ਹੈਗਾ ਕਿ ਜੋ ਮੀਡੀਆ ਹਾਊਸ ਦਾ ਏਜੰਡਾ ਸੀਗਾ ਜਾਂ ਜਿਹੜੇ ਪੱਤਰਕਾਰਾਂ ਦੀ ਤੁਸੀਂ ਗੱਲ ਕਰਦੇ ਹੋ, ਉਹ ਸਰਕਾਰ ਨਾਲ ਧਿਰ ਬਣ ਕੇ ਖੜੇ ਹੋ ਗਏ। ਔਰ ਉਹਨਾਂ ਨੇ ਡਿਸਇਨਫੋਰਮੇਸ਼ਨ ਕੰਪੇਨ ਜਿਹੜੀ ਆ ਕੁਝ ਕੇਸਿਸ ਚਲਾਈ, ਦੱਸਿਆ ਹੋਣਾ ਵੀ ਹੁਣੇ ਕਰਨਾਟਕਾ ਦੇ ਵਿੱਚ ਇੱਕ ਵੱਡੇ ਪੱਤਰਕਾਰ ਦੇ ਉੱਤੇ ਕੇਸ ਵੀ ਦਰਜ ਕੀਤਾ ਗਿਆ ਹੈਗਾ। ਔਰ ਤੁਸੀਂ ਇਹ ਤਾਂ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹਦੇ ਉੱਤੇ ਲੋਕਾਂ ਨੇ ਆਪਣਾ ਮਨ ਬਣਾਉਣਾ ਹੁੰਦਾ। ਉਹ ਮਤਲਬ ਚਾਹੇ ਉਹ ਵੋਟਾਂ ਪਾਉਣੀਆਂ ਉਹਨਾਂ ਨੇ, ਚਾਹੇ ਉਹ ਰੈਲੀ ਜਾਣਾ ਵਾ, ਚਾਹੇ ਕਿਸੇ ਪਾਰਟੀ ਲੀਡਰ ਪ੍ਰਤੀ ਜਿਹੜਾ ਹੈਗਾ ਪਰਸੈਪਸ਼ਨ ਬਣਾਉਣੀ ਆ,
ਤੇ ਜੇ ਤੁਸੀਂ ਲੋਕਾਂ ਨੂੰ ਗਾਰਬੇਜ ਹੀ ਫੀਡ ਕਰਨਾ ਸ਼ੁਰੂ ਕਰ ਦਿਓ, ਗਲਤ ਇਨਫੋਰਮੇਸ਼ਨ ਹੀ ਫੀਡ ਕਰਨਾ ਸ਼ੁਰੂ ਕਰ ਦਿਓ, ਤੇ ਮੇਰੇ ਖਿਆਲ ਇਹ ਤੋਂ ਵੱਡਾ ਦੇਸ਼ ਧਰੋਹ ਔਰ ਇਹ ਤੋਂ ਵੱਡਾ ਜਿਹੜਾ ਲੋਕ ਧਰੋਹ ਉਹ ਕੋਈ ਨਹੀਂ ਹੋ ਸਕਦਾ। ਕਿਉਂਕਿ ਪਿਛਲੇ ਸਮੇਂ 'ਚ ਵਰਤਾਰਾ ਚੱਲ ਰਿਹਾ ਸੀਗਾ, ਆਪੋਜੀਸ਼ਨ ਪਾਰਟੀਆਂ ਦਾ ਅਲਾਇੰਸ ਬਣਿਆ, ਪਹਿਲੀ ਵਾਰੀ ਹੋਇਆ ਗੁਰਜਿੰਦਰ ਜੀ ਕਿ ਕਦੀ ਵੀ ਚੋਣਾਂ ਤੋਂ ਪਹਿਲੋਂ ਰਾਜ ਕਰਨ ਵਾਲੀ ਧਿਰ ਦੇ ਅਗੇਂਸਟ ਕੋਈ ਇਸ ਕਿਸਮ ਦਾ ਮੁਹਾਜ਼ ਖੜਾ ਹੋਇਆ ਹੋਵੇ। 77 ਦੇ ਵਿੱਚ ਤਬਦੀਲੀ ਹੋਈ ਸੀਗੀ, ਉਦੋਂ ਉੱਧਰੋਂ ਇਲੈਕਸ਼ਨਾਂ ਹੋ ਗਈਆਂ, ਬਾਅਦ ਦੇ ਵਿੱਚ ਬਣਿਆ ਪੋਸਟ ਪੋਲ ਇਲੈਕਸ਼ਨ ਹੁੰਦੇ ਸੀ ਅਲਾਇੰਸ। 89 'ਚ ਵੀ ਇੱਦਾਂ ਹੋਇਆ, 91 'ਚ ਵੀ ਇੱਦਾਂ ਹੋਇਆ, 96 ਤੋਂ ਬਾਅਦ ਵੀ ਇੱਦਾਂ ਹੋਇਆ। ਆਹ ਤਾਂ ਆਣ ਕੇ ਫਿਰ 99 ਤੋਂ ਬਾਅਦ ਦੋ ਗਰੁੱਪ ਜਿਹੜੇ ਆ ਉਹ ਕੰਸੋਲੀਡੇਟ ਹੋਏ, ਖਾਸ ਕਰਕੇ 2004 ਤੋਂ ਬਾਅਦ ਜਦੋਂ ਯੂਪੀ ਆਇਆ ਵਾ। ਯੂਪੀ ਤੋਂ ਪਹਿਲਾਂ ਐਨਡੀਏ ਸੀਗਾ, ਪਰ ਉਹਦੇ ਵਿੱਚ ਵੀ ਕੁਝ ਧਿਰਾਂ ਸੀਗੀਆਂ ਤੇ ਜਿਹੜੀਆਂ ਹੁਣ ਇਸ ਪਾਸੇ, ਜਿੱਦਾਂ ਫਾਰ ਐਗਜ਼ਾਮਪਲ ਜਨਤਾ ਦਲ ਯੂ ਵਾਲੇ ਸੀਗੇ, ਇਹ ਐਨਡੀਏ ਦੇ ਵਿੱਚ ਸੀਗੇ। ਕਿਸ ਸਮੇਂ 'ਚ ਮਮਤਾ ਵੀ ਜਿਹੜੀ ਹੁੰਦੀ ਸੀ ਉਹ ਐਨਡੀਏ ਦੇ ਵਿੱਚ ਹੁੰਦੀ ਸੀ। ਚੰਦਰ ਬਾਬੂ ਨਾਇਡੂ ਸ਼ਾਇਦ ਅੱਜ ਕੱਲ੍ਹ ਉਹਨੂੰ ਜੇਲ੍ਹ ਦੀ ਹਵਾ ਖਵਾ ਰਹੇ, ਉਹ ਐਨਡੀਏ ਦੇ ਕਨਵੀਨਰ ਹੁੰਦੇ ਸੀਗੇ 98 99 ਦੇ ਵਿੱਚ। ਪਰ ਹੁਣ ਇਸ ਵੇਲੇ ਪੋਲਿਟਿਕਸ ਬਹੁਤ ਕਲੀਅਰ ਹੋ ਰਹੀ ਆ। ਉਹਦਾ ਕਾਰਨ ਇਹ ਆ ਕਿ ਜਿਸ ਕਿਸਮ ਦੀ ਰਾਜਨੀਤੀ ਅਸੀਂ ਪਿਛਲੇ 10 ਸਾਲਾਂ 'ਚ ਦੇਖ ਰਹੇ ਹਾਂ, ਖਾਸ ਕਰਕੇ 10 ਸਾਲਾਂ ਦੇ ਵਿੱਚ 2014 ਤੋਂ ਬਾਅਦ, ਉਹ 'ਚ ਲੋਕਾਂ ਨੂੰ ਵੀ ਲੱਗਣ ਡਿਆ ਪਿਆ, ਪੋਲੀਟੀਕਲ ਪਾਰਟੀਆਂ ਨੂੰ ਵੀ ਲੱਗਣ ਡਿਆ ਪਿਆ ਕਿ ਜੇ ਤੰਤਰ ਹੀ ਨਾ ਰਿਹਾ, ਜੇ ਲੋਕਤੰਤਰ ਹੀ ਨਾ ਰਿਹਾ ਤੇ ਉਹਨਾਂ ਦੀ ਰੈਲੇਵੈਂਸ ਕੀ ਹੋਊਗੀ, ਉਹਨਾਂ ਦੀ ਇੰਪੋਰਟੈਂਸ ਕੀ ਹੋਊਗੀ, ਉਹਨਾਂ ਦੀ ਪੋਲਿਟਿਕਸ ਕਿੱਥੇ ਜਾਊਗੀ। ਉਸ ਚੀਜ਼ ਇਹਨਾਂ ਨੂੰ ਫੋਰਸ ਕੀਤਾ। ਔਰ ਪਹਿਲਾ ਪੁਆਇੰਟ ਜਿਹੜਾ ਉਹਨਾਂ ਡਿਸੀਜਨ ਲਿਆ, ਇਹ ਬਹੁਤ ਅਨਫੋਰਚੂਨੇਟ ਆ। ਮੈਨੂੰ ਲੱਗਦਾ ਕਿ ਕਿਸੇ ਵੀ ਜੇ ਇਹ ਉਹਨਾਂ ਹੀ ਮਤਲਬ ਉਸ ਕਿਸਮ ਦਾ ਹੈਗਾ ਵਾ ਕਿ ਜਿੱਦਾਂ ਮੀਡੀਆ ਦੀ ਆਵਾਜ਼ ਜਿਹੜੀ ਆ ਬੰਦ ਕਰਨੀ, ਪਰ ਕਿਉਂਕਿ ਇੱਥੇ ਮੀਡੀਆ ਐਜ਼ ਐਨ ਇੰਸਟੀਟਿਊਸ਼ਨ ਨੂੰ ਲਾਂਭੇ ਛੱਡ ਕੇ ਮੀਡੀਆ 'ਚ ਕੰਮ ਕਰਦੇ ਕੁਝ ਲੋਕ ਉਹਨਾਂ ਪੁਆਇੰਟ ਆਊਟ ਕੀਤੇ ਆ ਕਿ ਇਹ ਲੋਕਾਂ ਦਾ ਜਿਹੜਾ ਇਨਫੋਰਮੇਸ਼ਨ ਲੋਕਾਂ ਨੂੰ ਪਹੁੰਚਾਉਂਦੇ ਸੀਗੇ ਇਹ ਵਨ ਸਾਈਡਡ ਸੀ, ਬਾਇਸ ਸੀਗੇ, ਜਾਂ ਜਿਸ ਤਰੀਕੇ ਇਹਨਾਂ ਨੂੰ ਐਕਸਪੈਕਟ ਕੀਤਾ ਜਾਂਦਾ ਹੈਗਾ ਉਹ ਉਸ ਤਰੀਕੇ ਦੇ ਨਾਲ ਨਹੀਂ ਸੀਗੇ। ਇਹਨਾਂ ਦਾ ਬਾਈਕਾਟ ਕਰਕੇ ਬਹੁਤ ਵੱਡਾ ਮੈਸੇਜ ਦਿੱਤਾ। ਉਹ ਮੈਸੇਜ ਇਹ ਹੈਗਾ ਵਾ ਕਿ ਲੋਕੋ ਅਵੇਅਰ ਹੋ, ਲੋਕੋ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਇਹ ਪਹੁੰਚਾ ਰਹੇ ਆ, ਇਹ ਹਾਊਸ ਸਿਰਫ ਇੱਕ ਇੰਡੀਵਿਜੂਅਲ ਨਹੀਂ ਹੁੰਦਾ, ਉਹਦੇ ਮਗਲੇ ਪਾਸੇ ਇੱਕ ਹਾਊਸ ਹੁੰਦਾ, ਜਿੱਦਾਂ ਮੀਡੀਆ ਹਾਊਸ ਹੁੰਦਾ। ਔਰ ਉਹ ਮੀਡੀਆ ਹਾਊਸ ਜਿਹੜਾ ਉਹਦੀ ਉਹ 'ਚ ਪਾਲਿਸੀ ਹੁੰਦੀ ਆ, ਉਹ ਮੀਡੀਆ ਹਾਊਸ ਦਾ ਵੀ ਏਜੰਡਾ ਹੁੰਦਾ ਵਾ, ਮੀਡੀਆ ਹਾਊਸ ਦਾ ਵੀ ਆਪਣਾ ਇੰਟਰਸਟ ਹੁੰਦਾ ਵਾ। ਅਨਫੋਰਚੂਨੇਟ ਪਾਰਟ ਹੈਗਾ ਕਿ ਇਸ ਵੇਲੇ ਚੌਥਾ ਸਤੰਭ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਲੋਕਾਂ ਕੋਲ ਚਲੇ ਗਏ ਆ ਜਿਹੜੇ ਸਿੱਧੇ ਤੌਰ ਤੇ ਤਾਕਤ ਦੇ ਨਾਲ ਜੁੜੇ ਆ, ਔਰ ਜਿਹੜੇ ਸਿੱਧੇ ਤੌਰ ਤੇ ਇਹ ਨਹੀਂ ਚਾਹੁੰਦੇ ਕਿ ਇਸ ਸਰਕਾਰ ਨੂੰ ਕੋਈ ਨਾ ਕੋਈ ਸਵਾਲ ਕੀਤਾ ਜਾਵੇ। ਜੀ, ਖਾਸ ਕਰਕੇ ਮੀਡੀਆ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਸੇਖੋਂ ਸਾਹਿਬ, ਤੁਸੀਂ ਦੇਖੋ ਕਿ ਮੀਡੀਆ ਦੇ ਵਿੱਚ ਵੀ ਦੋ ਲਾਈਨਾਂ ਖਿੱਚੀਆਂ ਹੋਈਆਂ ਨੇ। ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਲਗਾਤਾਰ, ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਉਹ ਕਿਤੇ ਨਾ ਕਿਤੇ ਸਰਕਾਰੀ ਸਪੀਕਰ ਬਣ ਕੇ ਬੋਲਣ ਦੇ ਲੱਗੇ ਹੋਏ ਨੇ। ਜੋ ਇਨਫੋਰਮੇਸ਼ਨ ਉਹਨਾਂ ਨੂੰ ਆਪਣੇ ਸਹੀ ਲੱਗਦੀ ਹੈ ਜਾਂ ਪਿੱਛੋਂ ਪਾਸ ਆਊਟ ਹੁੰਦੀ ਹੈ, ਉਸੇ ਨੂੰ ਉਹ ਅੱਗੇ ਲੋਕਾਂ ਤੱਕ ਲੈ ਕੇ ਜਾਂਦੇ ਨੇ। ਦੂਜੇ ਪਾਸੇ ਤੁਸੀਂ ਰਵੀਸ਼ ਕੁਮਾਰ ਦੇਖ ਲਓ, ਅਵਿਸ਼ਾਰ ਸ਼ਰਮਾ ਦੇਖ ਲਓ, ਅਜੀਤ ਅੰਜੁਮ ਦੇਖ ਲਓ, ਇਹ ਜਿਹੜੇ ਲੋਕ ਹੈਗੇ ਨੇ, ਪੁੰਨਿਆ ਪ੍ਰਸੂਨ ਵਾਜਪਾਈ, ਆਹ ਲਗਾਤਾਰ ਲੋਕਾਂ ਦੀ ਆਵਾਜ਼ ਵੀ ਬੁਲੰਦ ਕਰਨ ਦੇ ਲੱਗੇ ਹੋਏ ਨੇ ਤੇ ਲਗਾਤਾਰ ਕੇਂਦਰ ਦੀ ਸਰਕਾਰ ਨੂੰ ਇਹ ਖੜਕਦੇ ਤੇ ਰੜਕਦੇ ਰਹਿੰਦੇ ਨੇ। ਹਾਲਾਂਕਿ ਪਿੱਛੇ ਜੇ ਜੋ ਮਨੀਪੁਰ ਦੀਆਂ ਘਟਨਾਵਾਂ ਵਾਪਰੀਆਂ ਸੀ, ਉੱਥੇ 4 ਪੱਤਰਕਾਰਾਂ ਨੇ ਰਿਪੋਰਟ ਦੇ ਦਿੱਤੀ ਸੀ, ਉਹਦੇ ਤੇ ਇੱਕ ਵੱਡਾ ਡਿਸਪਿਊਟ ਹੋ ਗਿਆ ਸੀ। ਡੀ.ਵਾਈ ਚੰਦਰਾਚੂੜ ਹੋਰਾਂ ਨੂੰ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਗਿਆ ਸੀ ਉਹਦੇ 'ਚ। ਹਾਲਾਂਕਿ ਉਹ ਵੀ ਅਜੇ ਪ੍ਰੋਸੈਸ ਦੇ ਵਿੱਚ ਹੈ ਕੇਸ, ਉਹ ਕੇਸ ਚੱਲ ਰਿਹਾ। ਯਾਨੀ ਕਿ ਸਰਕਾਰਾਂ ਜਿਹੜੀਆਂ ਰੂਲਿੰਗ ਪਾਰਟੀਆਂ ਹੁੰਦੀਆਂ ਨੇ, ਕੋਈ ਵੀ ਹੋਵੇ, ਭਾਵੇਂ ਕਿਸੇ ਸਟੇਟ ਦੇ ਵਿੱਚ ਹੋਵੇ ਜਾਂ ਕੇਂਦਰ ਦੇ ਵਿੱਚ ਹੋਵੇ, ਮੀਡੀਆ ਦੇ ਨਾਲ ਇੱਕ ਕਨਫਲਿਕਟ ਸੇਖੋਂ ਸਾਹਿਬ ਜ਼ਰੂਰ ਰਹਿੰਦਾ। ਮੀਡੀਆ ਵੀ ਦੋ ਧਰੂ ਮੀਡੀਆ, ਇੱਕ ਮੀਡੀਆ ਬੜਾ ਹੀ ਸਰਕਾਰ ਦਾ ਲਾਡਲਾ ਬੱਚਾ ਬਣ ਕੇ ਪੇਸ਼ ਆਉਂਦਾ, ਤੇ ਦੂਜਾ ਜਿਹੜਾ ਮੀਡੀਆ ਹੈਗਾ ਉਹ ਸਰਕਾਰ ਨੂੰ ਕਿਤੇ ਨਾ ਕਿਤੇ ਰੜਕਦਾ ਰਹਿੰਦਾ। ਆਹੀ ਕੁਛ ਸਾਡੇ ਦੇਸ਼ ਦੇ ਵਿੱਚ ਹੋ ਰਿਹਾ। ਕੀ ਇਹ ਮੀਡੀਆ ਦੀ ਜਿਹੜੀ ਇੱਕ ਭਾਵੇਂ ਭੂਮਿਕਾ ਹੈਗੀ ਆ 24 ਦੇ ਵਿੱਚ, ਕੀ ਕੁਛ ਤੈਅ ਕਰੂਗੀ ਆਹ? ਨਹੀਂ, ਗੱਲ ਬੜੀ ਸਿੱਧੀ ਹੁੰਦੀ। ਤੁਸੀਂ ਇੱਕ ਨਾਮ ਉਦਾਹਰੇ ਲੈ, ਇੱਕ ਪਰਸਨ ਵਾਜਪਾਈ ਵੀ ਹੈਗੇ ਆ ਜਿਹੜੇ ਕਰਦੇ ਆ। ਤੁਸੀਂ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਤੇ ਜਿਹੜਾ ਮੀਡੀਆ ਹਾਊਸ ਜਿੱਦਾਂ ਐਕਸਪੈਂਸ਼ਨ ਹੋਇਆ ਮੀਡੀਆ ਦਾ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਖੁੱਲ੍ਹ ਛੁੱਟੀ ਦਿੱਤੀ ਗਈ ਆ, ਜਿਸ ਤਰੀਕੇ ਨਾਲ ਪੈਸਾ ਆਇਆ, ਅਸਲ 'ਚ ਇਹ ਮੰਡੀ ਦਾ ਖੇਲ ਹੈਗਾ। ਉਹਦੇ ਵਿੱਚ ਸਰਕਾਰਾਂ ਵਾਲੇ ਜੇ ਸਰਕਾਰ ਦੇ ਗੁਣ ਗਾਉਣ ਆਉਂਦੇ ਆ ਤਾਂ ਇਹਨਾਂ ਨੂੰ ਬਹੁਤ ਸਾਰੇ ਪੈਸੇ ਮਿਲਦੇ ਆ, ਐਡਵਰਟਾਈਜ਼ਮੈਂਟ ਮਿਲਦੀਆਂ। ਜਦੋਂ ਇਹ ਨਹੀਂ ਗੁਣ ਗਾਣ ਗਾਉਂਦੇ, ਐਡਵਰਟਾਈਜ਼ਮੈਂਟ ਬੰਦ ਕਰ ਦਿੰਦੇ ਆਪਣੇ ਪੈਰਾਂ ਦੇ ਉੱਤੇ। ਨਹੀਂ ਹੈਗਾ, ਬਹੁਤ ਘੱਟ ਮੀਡੀਆ ਹੁੰਦੇ ਆ ਜਿਹੜੇ ਆਪਣੇ ਪੈਰਾਂ ਤੇ ਖੜੇ ਹੁੰਦੇ ਆ, ਖੜੇ ਹੋ ਕੇ ਜਿਹੜਾ ਲੋਕਾਂ ਦੇ ਨਾਲ ਖੜਦੇ ਆ। ਤੋ ਇਸ ਕਰਕੇ ਇਹ ਤਾਂ ਜਦੋਂ ਮੀਡੀਆ ਹਾਊਸ ਵਾਲਾ ਹੀ ਇੱਕ ਪਾਰਟੀ ਦੇ ਨਾਲ ਖੜਾ ਹੈ, ਇੱਕ ਵਿਚਾਰਧਾਰਾ ਨਾਲ ਖੜਾ ਹੈ, ਤੇ ਉਹ ਕਿੱਦਾਂ ਤੁਹਾਨੂੰ ਦੂਸਰਾ ਆਲਟਰਨੇਟਿਵ ਵਿਊ ਪੁਆਇੰਟ ਆਉਣ ਦਊਗਾ। ਚੰਗੀ ਗੱਲ ਹੈ, ਸਰਕਾਰ ਦੀਆਂ ਚੰਗੀਆਂ ਗੱਲਾਂ ਲੋਕਾਂ ਤੱਕ ਜਾਣੀਆਂ ਚਾਹੀਦੀਆਂ, ਪਰ ਸਰਕਾਰ ਨੂੰ ਜਿਹੜੇ ਸਵਾਲ ਹੁੰਦੇ ਉਹ ਵੀ ਉਠਾਉਣੇ ਚਾਹੀਦੇ ਆ। ਮੀਡੀਆ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਇਹੀ ਹੈਗਾ ਵਾ ਕਿ ਉਹ ਇਨਫੋਰਮੇਸ਼ਨ ਲੋਕਾਂ ਤੱਕ ਵੀ ਪਹੁੰਚਾਵੇ ਤੇ ਲੋਕਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਸਰਕਾਰ ਤੱਕ ਵੀ ਪਹੁੰਚਾਵੇ। ਔਰ ਉਹ ਇਹ ਮਤਲਬ ਅੱਖਾਂ ਮੀਟ ਕੇ ਨਹੀਂ ਜੋ ਕਹਿ ਰਹੇ ਆ, ਉੱਥੇ ਕੁਐਸਚਨ ਕੀਤੇ ਜਾਣ। ਜਿੱਦਾਂ ਤੁਸੀਂ ਗੱਲ ਕੀਤੀ ਆ, ਇਹਦੇ ਨਾਲ ਆਪਣੇ ਪੱਤਰਕਾਰ ਤੇ ਤੁਸੀਂ ਨਾਂ ਲਏ ਆ, ਉਹ ਕੁਐਸਚਨ ਕਰਦੇ ਆ
ਉਹ ਸਿਰਫ ਇਹ ਵਿਰੋਧ ਹੀ ਨਹੀਂ ਕਰਦੇ ਰਹੇ, ਚੰਗੇ ਕੰਮਾਂ ਨੂੰ ਚੰਗਾ ਕੰਮ ਵੀ ਕਹਿੰਦੇ ਰਹੇ ਆ। ਸਰਕਾਰ ਕੋਈ ਵੀ ਜਿਹੜੀ ਹੁੰਦੀ ਆ ਉਹ ਚੰਗੀ ਨਹੀਂ ਹੁੰਦੀ, ਚਾਹੇ ਪਹਿਲੀਆਂ ਸਰਕਾਰਾਂ ਸੀ ਚਾਹੇ ਹੁਣ ਵਾਲੀਆਂ ਸਰਕਾਰਾਂ ਸੀ। ਨਹਿਰੂ ਦੇ ਸਮੇਂ ਦੇ ਵਿੱਚ ਇਹ ਸਵਾਲ ਉੱਠਦੇ ਸੀ, ਇੰਦਰਾ ਗਾਂਧੀ ਦੇ ਸਮੇਂ ਸਵਾਲ ਉੱਠਦੇ ਸੀਗੇ, 75 ਚ ਐਮਰਜੈਂਸੀ ਲਾਈ, ਸਾਰਾ ਕੁਝ ਬੰਦ ਕਰ ਦਿੱਤਾ। ਪਰ ਉਦੋਂ ਕੋਈ ਸਰਕਾਰੀ ਮੀਡੀਆ ਹੁੰਦਾ ਸੀਗਾ। ਹੁਣ ਕਿਉਂਕਿ ਮੀਡੀਆ ਪ੍ਰਾਈਵੇਟਾਈਜੇਸ਼ਨ ਹੈਗਾ, ਕੈਪੀਟਲਿਜ਼ਮ ਦਾ ਇੱਕ ਇਹ ਵੀ ਸਾਡੇ ਸਾਹਮਣੇ ਬਹੁਤ ਵੱਡਾ ਨਮੂਨਾ ਹੈਗਾ, ਤੇ ਕਿਹੜੀ ਇਨਫੋਰਮੇਸ਼ਨ ਜਿਹੜੀ ਆ ਉਹਦੇ ਵਿੱਚ ਭਰੋਸੀ ਜਾਂਦੀ ਆ। ਤਾਂ ਪੈਸਾ ਬਹੁਤ ਇਨਵੋਲਡ ਹੈ, ਔਰ ਪੈਸਾ ਜਿਹੜੀਆਂ ਹੈਗੀਆਂ ਸਰਕਾਰਾਂ ਦੀ ਐਡ ਤੋਂ ਬਹੁਤ ਇਨਵੋਲਡ ਹੈ। ਸਰਕਾਰਾਂ ਕੋਲ ਹੋਰ ਬਹੁਤ ਸਾਰੀਆਂ ਵੀ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਘੁੰਡੀਆਂ ਹੁੰਦੀਆਂ ਵਾ। ਤੋ ਇਸ ਕਰਕੇ ਆਪਣੇ ਪੈਰਾਂ 'ਤੇ ਖੜਿਆ ਹੋਣ ਵਾਸਤੇ ਇੱਕ ਤਾਂ ਕਮਿਟਮੈਂਟ ਹੈ। ਇਹ ਠੀਕ ਆ ਕਿ ਕਮਿਟਮੈਂਟ ਜਿਹੜੀ ਹੈਗੀ ਆ ਉਹਦੇ ਵਾਸਤੇ ਇੱਕ ਧੜਾ ਚਾਹੀਦਾ, ਇੱਕ ਆਰਗੇਨਾਈਜੇਸ਼ਨ ਚਾਹੀਦੀ ਆ। ਤੁਹਾਡਾ ਹੈਗਾ ਮੇਰੇ ਖਿਆਲ ਇੱਕ ਐਡੀਟਰ ਗਿਲਡ ਹੈਗਾ, ਜਿਹਦੇ ਵਿੱਚ ਖਾਸ ਕਰਕੇ ਸਾਰੇ ਜਿਹੜੇ ਰਾਈਟਰਸ ਦੇ ਦੂਸਰਿਆਂ ਤੀਸਰੇ ਦੀ ਸੰਸਥਾ ਹੈਗੀ ਹੈ। ਪਰ ਇਸ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਸੰਸਥਾਵਾਂ ਨੂੰ ਬਹੁਤ ਵੱਡੀ ਠੇਸ ਲਾਈ ਆ। ਇਹਨਾਂ ਸੰਸਥਾਵਾਂ ਦੇ ਵਿੱਚ ਉਹ ਬੰਦੇ ਅਪੁਆਇੰਟ ਕੀਤੇ ਆ ਜਿਹੜਾ ਇਹਨਾਂ ਦੇ ਖਾਸ ਬੰਦੇ ਸੀਗੇ, ਜਿਨ੍ਹਾਂ ਨੂੰ ਇਹ ਟਾਰਗੇਟ ਦਿੱਤਾ ਗਿਆ ਕਿ ਤੁਸੀਂ ਕਿਸੇ ਨਾ ਕਿਸੇ ਇਸ ਤਰੀਕੇ ਨਾਲ ਇਹ ਸੰਸਥਾਵਾਂ ਜਿਹੜੀਆਂ ਹੈਗੀਆਂ ਇਹਦੀ ਜਿਹੜੀ ਖਾਸ ਕਰਕੇ ਲੈਜੀਟੀਮੇਸੀ ਆ ਉਹਨੂੰ ਡਾਇਲਿਊਟ ਕਰਨਾ ਹੈ। ਤੇ ਜਦੋਂ ਤੁਹਾਡੇ ਇੱਕ ਸਿਰੇ ਦੇ ਉੱਤੇ ਹੀ ਬੰਦਾ ਆਪਣਾ ਬੈਠ ਜਾਵੇ ਤੇ ਫਿਰ ਥੱਲੇ ਲੋਕਾਂ ਦਾ ਹਿਲਣਾ ਜੁਲਣਾ ਜਿਹੜਾ ਵਾ ਉਹ ਬਹੁਤ ਸੌਖਾ ਹੋ ਜਾਂਦਾ। ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ। ਇਸ ਲਈ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਅਜੇ ਅਸੀਂ ਰੋਟੀ ਰੋਜੀ 'ਚ ਰੁੱਝੇ ਪਏ ਹਾਂ। ਅਜੇ ਸਾਡੇ ਕੋਲ ਬੇਰੁਜ਼ਗਾਰੀ ਦੀ ਗੱਲ ਹੈਗੀ ਆ, ਅਜੇ ਸਾਡੇ ਕੋਲ ਜਿਹੜਾ ਕਮਿਊਨਲਿਜ਼ਮ ਜਿੱਥੇ ਵਿਚਾਰੇ ਜਿਹੜੇ ਬਾਹਰ ਰਹਿੰਦੇ ਆ, ਘੱਟ ਗਿਣਤੀਆਂ ਰਹਿੰਦੀਆਂ, ਉਹ ਤਾਂ ਵਿਚਾਰੇ ਉਹ ਸਾਏ 'ਚ ਰਹਿਣ ਡਏ ਆ। ਤੁਸੀਂ ਦੇਖੋ ਇੰਨਾ ਵੱਡੀ ਦਹਿਸ਼ਤਗਰਦੀ ਕਿ ਉਹ ਕਪਨ ਜਿਹੜਾ ਸੀਗਾ ਉੱਥੋਂ ਆਪਣੇ ਕੇਰਲਾ ਦਾ ਸੀ, ਹਾਥਰਸ ਦੇ ਵਿੱਚ ਜੇ ਜਾ ਹੀ ਰਿਹਾ ਸੀਗਾ, ਉਹਨੂੰ ਰਸਤੇ 'ਚ ਫੜ ਕੇ ਉਹਨੂੰ ਜਿਹੜਾ ਸੀਗਾ ਉਹਨੂੰ UAP ਲਾਤਾ। ਕਿੰਨਾ ਚਿਰ ਵਿਚਾਰਾ ਉਹ ਜੇਲ੍ਹ ਦੇ ਵਿੱਚ ਰਿਹਾ, ਫਿਰ ਬਾਹਰ ਆਇਆ। ਮੈਂ ਤਾਂ ਇਹਨਾਂ ਨੂੰ ਸਲਾਮ ਕਰਦਾ, ਇਹ ਜਿਹੜੇ ਡਟੇ ਹੋਏ ਪੱਤਰਕਾਰ ਹੈਗੇ ਆ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ, ਔਰ ਸਰਕਾਰ ਨੂੰ ਸਵਾਲ ਕਰਦੇ ਆ। ਔਰ ਇਸ ਸਮੇਂ ਦੇ ਵਿੱਚ ਜਿਹੜਾ ਇਹਨਾਂ ਨੇ ਖਾਸ ਕਰਕੇ ਆਪਣਾ ਰੋਲ ਜਿਹੜਾ ਹੈਗਾ ਨਿਭਾਇਆ। ਸਮੇਂ ਸਦਾ ਇਹ ਨਹੀਂ ਰਹਿੰਦੇ, ਮੈਨੂੰ ਨਹੀਂ ਲੱਗਦਾ ਕਿ 2024 ਤੋਂ ਬਾਅਦ ਇਹ ਸਮਾਂ ਇਹ ਰਹੂਗਾ। ਸਮਾਂ ਬਦਲਣ ਦੀਆਂ ਬਹੁਤ ਸਾਰੀਆਂ ਪੋਸੀਬਿਲਿਟੀਜ਼ ਹੈਗੀਆਂ। ਜਦੋਂ ਉਹ ਸਮਾਂ ਬਦਲੂਗਾ ਤੇ ਜਿਹੜਾ ਇਤਿਹਾਸ ਬਣੂਗਾ, ਗੁਰਜਿੰਦਰ ਜੀ, ਇਤਿਹਾਸ ਉਹਨਾਂ ਦਾ ਬਣੂਗਾ ਜਿਨ੍ਹਾਂ ਨੇ ਸੱਤਾ ਨੂੰ ਸਵਾਲ ਕੀਤੇ ਸੀ। ਇਤਿਹਾਸ ਕਦੀ ਚਾਪਲੂਸਾਂ ਦਾ ਨਹੀਂ ਬਣਦਾ, ਇਤਿਹਾਸ ਕਦੀ ਜਿਹੜੇ ਨਾ ਬੂਟ ਚੱਟਾਂ ਦਾ ਨਹੀਂ ਬਣਦਾ। ਉਹ ਤਾਂ ਠੀਕ ਹੈ, ਸਮੇਂ ਦੇ ਨਾਲ ਉਹਨਾਂ ਦੀ ਜ਼ਮੀਰ ਵੀ ਉਹਨਾਂ ਨੂੰ ਲੈ ਕੇ ਬਹਿ ਜਾਂਦੀ ਆ, ਔਰ ਉਹ ਥੋੜੇ ਸਮੇਂ ਤੱਕ ਹੀ ਉਹ ਥੋੜੇ ਇੱਧਰ ਉੱਧਰ ਵਾਲੇ ਪਾਸੇ ਹੋ ਜਾਂਦੇ ਆ। ਰੋਲ ਪਲੇ ਕਰਨਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਹੈਗੀ ਕਿ ਸਾਡੇ ਕੋਲ ਆਲਟਰਨੇਟਿਵ ਮੀਡੀਆ ਆ ਗਿਆ, ਟੈਕਨੋਲੋਜੀ ਵਜ੍ਹਾ ਕਰਕੇ ਸੋਸ਼ਲ ਮੀਡੀਆ ਆ ਗਿਆ। ਕੁਝ ਇਸ ਤਰੀਕੇ ਦੇ ਨਾਲ ਤੁਹਾਡੇ ਵਰਗੇ ਜਿਹੜੇ ਚੈਨਲ ਹੈਗੇ ਉਹ ਸਾਹਮਣੇ ਆ ਗਏ ਕਿ ਜੋ ਛੋਟੀਆਂ ਗੱਲਾਂ ਹੈਗੀਆਂ ਰੀਜਨਲ ਲੈਵਲ ਦੇ ਉੱਤੇ ਹੈਗੀਆਂ ਉਹ ਸਾਹਮਣੇ ਲਿਆਂਦੀਆਂ ਜਾਂਦੀਆਂ। ਪਰ ਇਸ ਵੇਲੇ ਕਾਮਾਂ ਰੌਲੀ ਬਹੁਤ ਆ। ਕਾਮਾਂ ਰੌਲੀ ਇਸ ਕਰਕੇ ਆ ਕਿ ਨਿੱਕੀ ਜਿਹੀ ਗੱਲ ਨੂੰ ਜਿਹੜੀ ਸੋਸ਼ਲੀ ਜਾਂ ਲੋਕਾਂ ਲਈ ਇੰਨੀ ਰੈਲੇਵੈਂਟ ਨਹੀਂ ਹੁੰਦੀ, ਉਹਨੂੰ ਬਹੁਤ ਵਧਾ ਚੜਾ ਕੇ ਦੱਸਿਆ ਜਾਂਦਾ। ਔਰ ਜਿਹੜੀਆਂ ਚੀਜ਼ਾਂ ਲੋਕਾਂ ਲਈ ਰੈਲੇਵੈਂਟ ਹੈਗੀਆਂ, ਸ਼ਾਇਦ ਉਹ ਚੀਜ਼ਾਂ ਦੇ ਉੱਤੇ ਜੇ ਜ਼ਿਆਦਾ ਫੋਕਸ ਕੀਤਾ ਜਾਵੇ, ਲੋਕਾਂ ਦੀਆਂ ਰੋਜ਼ਮਰਾ ਜ਼ਿੰਦਗੀ ਦੀਆਂ ਮੁਸ਼ਕਲਾਂ ਹੈਗੀਆਂ, ਲੋਕਾਂ ਦੀ ਵਿੱਦਿਆ ਹੈਗੀ ਆ, ਲੋਕਾਂ ਦੇ ਸਿਕਿਉਰਿਟੀ ਹੈਗੀ ਆ, ਜਾਂ ਲੋਕਾਂ ਦੀਆਂ ਹੋਰ ਕਈ ਕਿਸਮ ਦੀਆਂ ਛੋਟੀਆਂ ਮੋਟੀਆਂ ਲੋੜਾਂ ਹੈਗੀਆਂ, ਚਾਹੇ ਉਹ ਕਿਸਾਨੀ ਵਾਲੇ ਹੋਣ, ਚਾਹੇ ਮਜ਼ਦੂਰ ਹੋਣ, ਚਾਹੇ ਤੁਹਾਡੇ ਸਾਡੇ ਵਰਗੇ ਲੋਕ ਹੋਣ, ਚਾਹੇ ਵਿਦਿਆਰਥੀ ਹੋਣ, ਕੋਈ ਜਾਂ ਔਰਤਾਂ ਵੀ ਹੋਣ, ਉਹ ਮੁੱਦਿਆਂ ਦੇ ਉੱਤੇ ਜੇ ਫੋਕਸ ਕੀਤਾ ਜਾਵੇ ਤੇ ਮੇਰੇ ਖਿਆਲ ਉਹ ਚੀਜ਼ ਜਿਹੜੀ ਹੈਗੀ ਆ ਅਲਟੀਮੇਟਲੀ ਸਮਾਜ ਨੂੰ ਤਕੜਾ ਕਰੂਗੀ। ਸਮਾਜ ਤਕੜਾ ਹੋਊਗਾ ਤੇ ਫਿਰ ਤਕੜਾ ਸਮਾਜ ਇਹੋ ਜਿਹੇ ਮੀਡੀਆ ਨੂੰ ਨਜਿੱਠ ਲੈਂਦਾ ਵਾ। ਤੇ ਇਹੋ ਜਿਹੀਆਂ ਅਥਾਰਟੇਰੀਅਨ ਜਿਹੜੀਆਂ ਗਵਰਨਮੈਂਟ ਹੁੰਦੀਆਂ, ਚਾਹੇ ਉਹ ਪਿੰਡ ਦਾ ਸਰਪੰਚ ਹੋਵੇ ਤੇ ਭਾਵੇਂ ਉਹ ਰਾਜ ਦਾ ਮੁੱਖ ਮੰਤਰੀ ਹੋਵੇ, ਚਾਹੇ ਮੰਤਰੀ ਹੋਵੇ, ਚਾਹੇ MLA ਹੋਵੇ, ਚਾਹੇ ਪ੍ਰਧਾਨ ਮੰਤਰੀ ਹੋਵੇ, ਚਾਹੇ ਦੇਸ਼ ਦੀ ਸਰਕਾਰ ਹੋਵੇ, ਉਹਨਾਂ ਸਾਰਿਆਂ ਨੂੰ ਉਸ ਤਰੀਕੇ ਨਾਲ ਲੋਕੀ ਆਪਣੇ ਤਰੀਕੇ ਨਾਲ ਨਜਿੱਠ ਲੈਂਦੇ ਆ। ਕਿਉਂਕਿ ਸਾਡੇ ਕੋਲ ਬਹੁਤ ਵੱਡਾ ਰਾਈਟ ਹੈ। 2024 'ਚ ਇਲੈਕਸ਼ਨ ਹੋਣ ਵਾਲੀਆਂ ਵਾ, ਇਹ ਲੋਕਾਂ ਦਾ ਟੈਸਟ ਵਾ। ਮੀਡੀਆ ਨੇ ਆਪਣਾ ਰੋਲ ਕਰਤਾ ਜੋ ਕੁਝ ਕਰਨਾ ਸੀਗਾ। ਚੰਗੀ ਗੱਲ ਇਸ ਵੇਲੇ ਇਹ ਹੈਗੀ ਆ ਕਿ ਲੋਕੀ ਪੋਲੀਟੀਕਲ ਹੋ ਗਏ, ਲੋਕੀ ਜਿਹੜੇ ਆਪਣੇ ਤੌਰ ਤੇ ਸੋਚਣਾ ਸ਼ੁਰੂ ਕਰਦੇ ਆ। ਮੈਂ ਥੋੜਾ ਬਹੁਤਾ ਜਾਤ ਪਾਤ ਤੋਂ ਬਾਹਰ ਨਿਕਲਿਆ ਵਾਂ, ਧਰਮ ਦਾ ਮੇਰੇ ਤੇ ਬਹੁਤਾ ਅਸਰ ਨਹੀਂ ਵੋਟ ਪਾਉਣ ਵੇਲੇ। ਠੀਕ ਹੈ, ਧਰਮ ਮੇਰਾ ਪਰਸਨਲ ਇਹ ਮਸਲਾ ਹੈਗਾ, ਜਾਤ ਤੋਂ ਮੈਂ ਖੜਾ ਛਡਾ ਨਹੀਂ ਸਕਦਾ, ਬੋਲੀ ਮੇਰੀ ਹੈਗੀ ਆ। ਪਰ ਜਦੋਂ ਪੋਲੀਟੀਕਲ ਮੁੱਦੇ ਆਉਂਦੇ ਆ, ਜਦੋਂ ਦੇਸ਼ ਦਾ ਸਵਾਲ ਆਉਂਦਾ ਵਾ, ਜਦੋਂ ਲੋਕਤੰਤਰ ਦਾ ਸਵਾਲ ਆਉਂਦਾ ਵਾ, ਜਦੋਂ ਇਕੁਐਲਿਟੀ ਦਾ ਸਵਾਲ ਆਉਂਦਾ ਵਾ, ਉੱਥੇ ਜਿਹੜਾ ਵਿਅਕਤੀ ਪਿਛਲੇ ਸਮੇਂ ਦੇ ਨਾਲੋਂ ਜ਼ਿਆਦਾ ਆਟੋਨਮਸ ਹੋ ਗਿਆ। ਇਹੀ ਸਾਨੂੰ ਆਸ ਦਿੰਦਾ ਵਾ ਕਿ ਸਾਡਾ ਜਿਹੜਾ ਇਹ ਖਾਸ ਕਰਕੇ ਲੋਕਤੰਤਰ ਹੈਗਾ, ਸਾਡਾ ਦੇਸ਼ ਜਿਹੜਾ ਹੈਗਾ, ਇਹਦੇ ਵਿੱਚ ਇਹ ਆਜ਼ਾਦੀ ਜਿਹੜੀ ਆ ਉਹ ਬਚੀ ਰਹੂਗੀ। ਜੀ ਸੇਖੋਂ ਸਾਹਿਬ, ਇੰਡੀਆ ਗਰੁੱਪ ਨੇ 14 ਪੱਤਰਕਾਰਾਂ ਦਾ ਬਾਈਕਾਟ ਕੀਤਾ, ਯਾਨੀ ਕਿ 14 TV ਚੈਨਲਾਂ ਦਾ ਹੀ ਹੋ ਗਿਆ। ਹੁਣ ਇਹ ਬੜੀ ਦਲੇਰੀ ਦਾ ਕੰਮ ਹੁੰਦਾ, ਹਰ ਇੱਕ ਧਿਰ ਨੂੰ ਪਤਾ ਹੁੰਦਾ ਕਿ ਮੀਡੀਆ ਦਾ ਅਸੀਂ ਸਹਾਰਾ ਲੈਣਾ। ਦੇਖੋ, ਇੱਕ ਵੱਡੀ ਦਲੇਰੀ ਦਿਖਾਈ ਹੈ ਉਹਨਾਂ ਨੇ।
ਕਿਵੇਂ ਵੇਖ ਰਹੇ ਹੋ ਇਸ ਨੂੰ? ਕਿਉਂਕਿ ਹਰ ਇੱਕ ਤੇ ਪੋਲੀਟੀਕਲ ਧਿਰ ਸੋਚਦੀ ਹੈ ਕਿ ਅਸੀਂ ਕਾਹਨੂੰ ਜਿਹੜੇ ਨੈਸ਼ਨਲ ਹੁਣ ਐਡੇ ਵੱਡੇ ਵੱਡੇ ਟੀਵੀ ਨੇ ਉਹਨਾਂ ਦੇ ਪਿੱਛੇ ਇੱਕ ਬੈਕਅਪ ਵੀ ਹੈਗਾ। ਤੁਸੀਂ ਵੀ ਮੀਡੀਆ ਦੇ ਪਿੱਛੇ ਇੱਕ ਹਾਊਸ ਦਾ ਜ਼ਿਕਰ ਕੀਤਾ, ਇੱਕ ਪੂਰਾ ਤੁਸੀਂ ਪੈਟਰਨ ਦਾ ਜ਼ਿਕਰ ਕਰ ਰਹੇ ਹੋ ਕਿ ਖਬਰ ਸਿੱਧੀ ਨਹੀਂ ਹੁੰਦੀ ਹੈਗੀ, ਖਬਰ ਦੇ ਪਿੱਛੇ ਬਹੁਤ ਖਬਰਾਂ ਹੁੰਦੀਆਂ ਨੇ, ਬੜਾ ਕੁਛ ਫਰੇਮਵਰਕ ਹੁੰਦਾ ਖਬਰ ਦੇ ਪਿੱਛੇ। ਸਿੱਧੀ ਮੀਡੀਆ ਦੇ ਨਾਲ ਟੱਕਰ ਲੈ ਲੈਣੀ ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਸੇਖੋਂ ਸਾਹਿਬ ਕਿਵੇਂ ਵੇਖ ਰਹੇ ਹੋ? ਕਿਤੇ ਨੁਕਸਾਨ ਤਾਂ ਨਹੀਂ ਹੋਊਗਾ, ਜਾਂ ਗਰੁੱਪ ਨੇ ਪਹਿਲਾਂ ਸੋਚਿਆ ਹੋਊਗਾ ਇਹਦੇ ਤੇ? ਬਿਲਕੁਲ ਨਹੀਂ। ਹੁਣ ਸਮਾਂ ਉਹ ਆ ਗਿਆ, ਮਾੜੇ ਨੂੰ ਮਾੜਾ ਕਹੋ, ਚੰਗੇ ਨੂੰ ਚੰਗਾ ਕਹੋ, ਗੁੰਡੇ ਨੂੰ ਗੁੰਡਾ ਕਹੋ, ਸ਼ਰੀਫ ਨੂੰ ਸ਼ਰੀਫ ਕਹੋ। ਚਾਹੇ ਉਹ ਮੀਡੀਆ ਦੇ ਲੋਕ ਹੈਗੇ ਆ, ਚਾਹੇ ਉਹ ਜਿਹੜੇ ਖਾਸ ਕਰਕੇ ਪੋਲੀਟੀਕਲ ਬੰਦੇ ਹੈਗੇ ਆ, ਚਾਹੇ ਕੋਈ ਹੋਰ ਸਰਕਾਰੀ ਮੁਲਾਜ਼ਮ ਹੈਗਾ ਜਿਹੜਾ ਚੰਗਾ ਉਹਦੀ ਉਹ ਕਰੋ, ਜਿਹੜਾ ਦੂਸਰਾ ਹੈਗਾ ਉਹਨੂੰ ਉਸ ਤਰੀਕੇ ਨਾਲ ਛੱਡੋ, ਬਿਲਕੁਲ ਕੋਈ ਅਸਰ ਨਹੀਂ ਪੈਣਾ। ਇਹ ਇੱਕ ਬਹੁਤ ਡੇਅਰਿੰਗ ਸਟੈਪ ਹੈਗਾ ਵਾ, ਔਰ ਇਹ ਡੇਅਰਿੰਗ ਸਟੈਪ ਜਿਹੜਾ ਉਹਨਾਂ ਦੀ ਕ੍ਰੈਡੀਬਿਲਿਟੀ ਨੂੰ ਹੋਰ ਸਟਰੈਂਥਨ ਕਰੂਗਾ। ਔਰ ਜਦੋਂ ਤੁਸੀਂ ਬੰਦਾ ਪੁਆਇੰਟ ਆਊਟ ਹੋ ਜਾਂਦਾ ਨਾ, ਇਹ ਬੰਦਾ ਪੁਆਇੰਟਡ ਹੋ ਗਿਆ, ਇਹ ਦਾਗ ਲੱਗ ਗਿਆ, ਇਹ ਧੋਤਾ ਨਹੀਂ ਜਾਂਦਾ ਹੁੰਦਾ, ਸਾਰੀ ਉਮਰ ਤੁਹਾਡੇ ਨਾਲ ਲੱਗ ਗਿਆ। ਔਰ ਇਹਦੇ ਪਿੱਛੇ ਉਹਨਾਂ ਨੂੰ ਐਵੀਡੈਂਸ ਦੇਣ ਦੀ ਲੋੜ ਨਹੀਂ ਹੈ, ਸਬੂਤ ਦੇਣ ਦੀ ਲੋੜ ਨਹੀਂ ਹੈ। ਉਹ ਜੋ ਮਰਜ਼ੀ ਕਹੀ ਜਾਣ, ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਤਾਂ ਬੇਸਿਕਲੀ ਜਿਹੜੇ ਸਮਝਦਾਰ ਲੋਕ ਸੀਗੇ, ਮੈਂ ਭਗਤਾਂ ਦੀ ਗੱਲ ਨਹੀਂ ਕਰਦਾ, ਜਿਹੜੇ ਆਮ ਤੁਹਾਡੇ ਸਾਡੇ ਵਰਗੇ ਸਧਾਰਨ ਲੋਕ ਸੀ, ਉਹਨੂੰ ਤਾਂ ਪਤਾ ਸੀ ਕੀ ਬੋਲ ਰਹੇ ਆ, ਹੋ ਕੀ ਰਿਹਾ ਵਾ, ਤੇ ਇਹ ਬੋਲ ਕੀ ਰਹੇ ਆ। ਔਰ ਇਹਨਾਂ ਦਾ ਇਹ ਸਟੈਂਡ ਲੈਣਾ ਅਨਫੋਰਚੂਨੇਟ ਪਾਰਟ ਆ ਕਿ ਉਹ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਹੈ। ਪੱਤਰਕਾਰ ਦਾ ਵੀ ਬਹੁਤ ਪਵਿੱਤਰ ਇੱਕ ਕਿਸਮ ਦਾ ਸਥਾਨ ਹੈ, ਜਿੱਦਾਂ ਟੀਚਰਸ ਦਾ ਹੁੰਦਾ, ਡਾਕਟਰਸ ਦਾ ਹੁੰਦਾ, ਕਿ ਇਸ ਸਮੇਂ 'ਚ ਰਾਜਨੀਤੀਵਾਨਾਂ ਦਾ ਵੀ ਹੁੰਦਾ ਸੀਗਾ, ਸਾਰਿਆਂ ਦਾ ਹੁੰਦਾ ਸੀਗਾ, ਜਾਂ ਜਿਹੜੇ ਧਾਰਮਿਕ ਲੋਕ ਉਹਨਾਂ ਦਾ ਹੁੰਦਾ ਸੀਗਾ। ਇਸੇ ਤਰੀਕੇ ਨਾਲ ਪੱਤਰਕਾਰਤਾ ਜਿਹੜੀ ਹੈ ਬਹੁਤ ਨੋਬਲ, ਤੇ ਇਹ ਜਿਹਨੂੰ ਕਹਿੰਦੇ ਨਾ ਵੀ ਉਹਦੀ ਜਿਹੜੀ ਹੁੰਦੀ ਧਾਰ ਦੇ ਉੱਤੇ, ਖੰਡੇ ਦੀ ਧਾਰ ਤੇ ਚੱਲਣ ਵਾਲਾ ਇੱਕ ਜਿਹੜਾ ਹੈਗਾ ਦੂਸਰਾ ਇੱਕ ਪ੍ਰੋਫੈਸ਼ਨ ਹੈਗਾ, ਜਿੱਥੇ ਤੁਸੀਂ ਇਨਵੈਸਟੀਗੇਟ ਕਰਨਾ ਹੈ, ਔਰ ਜਿੱਥੇ ਤੁਸੀਂ ਆਪਣੇ ਬਲ ਦੇ ਤੌਰ ਦੇ ਉੱਤੇ ਜਿਹੜੀ ਅਸਲੀਅਤ ਆ ਉਹ ਸਾਹਮਣੇ ਲੈ ਕੇ। ਸਾਨੂੰ ਪਤਾ ਹੈ ਕਿ ਸਾਡੇ ਵਰਗੇ ਸਿਸਟਮ ਦੇ ਵਿੱਚ ਸੱਚਾਈ ਨੂੰ ਬਹੁਤ ਦਬਾਇਆ ਜਾਂਦਾ ਹੈ, ਸੱਚਾਈ ਨੂੰ ਉੱਠਣ ਨਹੀਂ ਦਿੱਤਾ ਜਾਂਦਾ। ਉਹ ਉਠਾਊਗਾ ਕਿਹੜਾ? ਪੁਲਿਸ ਕੋ ਚਲੇ ਜਾਊਗਾ। ਪਰ ਜਦੋਂ ਪੱਤਰਕਾਰ ਇੱਕ ਚੀਜ਼ ਨੂੰ ਉਠਾਉਂਦਾ ਹੈ, ਮੈਨੂੰ ਅਜੇ ਵੀ ਯਾਦ ਹੈਗਾ ਕਿ ਇੱਕ ਬੜਾ ਪੁਰਾਣਾ ਕੇਸ ਹੋਇਆ ਸੀ ਪੱਟੀ ਦੇ ਵਿੱਚ, ਟਵਾਈਸ ਕਿਲਡ ਵਾਲੀ ਗੱਲ ਸੀਗੀ, ਕਿ ਪੁਲਿਸ ਨੇ ਉਸ ਜਿਹੜਾ ਮਾੜਾ ਅੱਤਵਾਰ ਦਾ ਦੌਰ ਸੀ, ਸ਼ਾਇਦ ਮੈਨੂੰ ਜਿਵੇਂ ਠੀਕ ਨਾ ਹੋਇਆ, ਸੀਤਾਰਾਮ ਉਹਦਾ ਇੰਸਪੈਕਟਰ ਦਾ ਨਾਂ ਸੀਗਾ, ਉਹਨਾਂ ਨੇ 2 ਬੰਦੇ ਮਾਰ ਕੇ ਪੱਟੀ ਹਸਪੀਟਲ 'ਚ ਦੇ ਕੇ ਪੋਸਟਮਾਰਟਮ ਕਰ ਦਿਓ। ਥੋੜ੍ਹੇ ਚਿਰਾਂ ਬਾਅਦ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਸੀ ਨੇ ਰਿਸਪੌਂਡ ਕੀਤਾ, ਤੇ ਉੱਥੇ ਜਿਹੜੀ ਬੀਬੀ ਨਰਸ ਲੱਗੀ ਸੀਗੀ, ਉਹਨੇ ਉਹਨੂੰ ਟ੍ਰੀਟਮੈਂਟ ਦਿੱਤਾ। ਤੇ ਜਦੋਂ ਬੋਡੀਆਂ ਲੈਣ ਆਏ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਜੀ ਇੱਕ ਤੇ ਜੀਪ ਆ ਕਹਿੰਦੀ ਇਹ ਕਿੱਦਾਂ ਹੋ ਸਕਦਾ, ਮੁੜ ਕੇ ਖੜ ਕੇ ਫੇਰ ਮਾਰਤਾ। ਉਦੋਂ ਪੰਜਾਬ ਇੰਗਲਿਸ਼ ਟ੍ਰਿਬਿਊਨ ਦੇ ਪੱਤਰਕਾਰ ਨੇ ਉਹ ਜਿਹੜੀ ਸੀਗੀ ਰਿਪੋਰਟ ਕੀਤੀ ਸੀ, ਤੇ ਉਹ ਬੰਦੇ ਨੂੰ ਬਾਅਦ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ, ਨਹੀਂ ਤੇ ਦੱਬੇ ਜਾਣੇ ਸੀ। ਹੁਣ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਪੱਤਰਕਾਰ ਇੱਕ ਪਾਰਟ ਆ, ਆਪਾਂ ਨੈਗੇਟਿਵ ਨਾ ਦੇਖੀਏ, ਬਹੁਤ ਵੱਡੀ ਗਿਣਤੀ ਦੇ ਵਿੱਚ ਦੂਸਰੀਆਂ ਖਬਰਾਂ ਸਾਹਮਣੇ ਲਿਆ ਰਹੇ ਆ। ਇਹ ਮਾਈਕਰੋ ਲੈਵਲ ਤੋਂ ਖਬਰਾਂ ਆ ਰਹੀਆਂ ਵਾ, ਪਿੰਡ ਦੇ ਲੈਵਲ ਤੋਂ ਖਬਰਾਂ ਆ ਰਹੀਆਂ ਵਾ, ਜਾਂ ਜਿਹੜਾ ਤੁਹਾਨੂੰ ਜਿਹੜੀ ਅਸਲੀਅਤ ਜਿਹੜਾ ਆਲਟਰਨੇਟਿਵ ਨਿਊਜ਼ ਆ ਰਹੀ ਹੁਣ ਤਾਂ ਇਹ ਵੀ ਹੈਗਾ, ਕੋਈ ਇਹ ਖਬਰ ਜਾਂ ਜਿਹੜੀ ਫੈਲਾਉਂਦੇ ਆ ਜਾਂ ਅਫਵਾਹ ਫੈਲਾਉਂਦੇ ਆ, ਤੁਹਾਡੇ ਕੋਲ ਆਲਟ ਨਿਊਜ਼ ਹੈਗੀ ਆ, ਉਹਦੇ ਵਿੱਚ ਪਾਓ, ਉਸੇ ਵੇਲੇ ਪਤਾ ਲੱਗ ਜਾਂਦਾ। ਪਰ ਇਹਨਾਂ ਡੈਮੇਜ ਬਹੁਤ ਕਰਤਾ, ਔਰ ਇਹ ਡੈਮੇਜ ਅਲਟੀਮੇਟਲੀ ਇਹਦਾ ਕਲਾਈਮੈਕਸ ਹੋ ਗਿਆ। ਮੈਨੂੰ ਲੱਗਦਾ ਵੀ ਹੁਣ ਇਹਨਾਂ ਦਾ ਐਂਡ ਵਾਲੇ ਪਾਸੇ ਵੱਲ ਸ਼ੁਰੂ ਹੋ ਗਿਆ। ਤੁਸੀਂ ਲੋਕੋ ਨਾ ਹੁਣੇ ਹੀ ਜਿਹੜੇ ਹੈਗੇ ਖਾਸ ਕਰਕੇ ਰੂਲਿੰਗ ਪਾਰਟ ਜਿਹੜੇ ਐਨਡੀਏ ਦੇ ਕੋਈ ਫਾਰਮਰ ਪਾਰਟਨਰ ਸੀਗੇ ਜਾਂ ਪ੍ਰੋਮੀਨੈਂਟ ਪੋਲੀਟੀਕਲ ਲੀਡਰ ਕਹਿੰਦੇ ਆ ਵੀ ਭਾਈ 2024 ਤੋਂ ਚੋਣਾਂ ਤੋਂ ਪਹਿਲਾਂ ਫੇਰ ਕੋਈ ਨਾ ਕੋਈ ਵੱਡੀ ਘਟਨਾ ਹੋ ਸਕਦੀ ਆ। ਉਹ ਸਾਰੀ ਸਿਚੁਏਸ਼ਨ ਨੂੰ ਪ੍ਰੀਐਮਪਟ ਕਰਨ ਵਾਸਤੇ ਵੀ 19 ਦੇ ਵਿੱਚ ਕੀ ਹੋਇਆ ਸੀਗਾ, ਹੈ ਇਸ ਕਰਕੇ ਹੁਣ ਤੋਂ ਹੀ ਸਾਵਧਾਨ ਹੋ ਜਾਓ। ਇਹ ਗੱਲ ਜਿਹੜੀ ਲੋਕਾਂ ਤੱਕ ਪਹੁੰਚਾਈ ਜਾਂਦੀ ਆ, ਤੇ ਉਹ ਪੱਤਰਕਾਰ ਭਾਈਚਾਰੇ ਪਹੁੰਚਾਉਂਦੇ ਆ ਨਾ ਨਿਊਜ਼ ਥਰੂ ਜਿਹੜੀ ਆਉਂਦੀ ਆ। ਜੇ ਕੋਈ ਪ੍ਰੈਸ ਰਿਪੋਰਟਰ ਹੈਗਾ ਵਾ, ਜਾਂ ਜਿਹੜੇ ਉਹਨੂੰ ਕਮਿਊਨੀਕੇਟ ਕਰਦੇ ਆ, ਜਾਂ ਉਹਨੂੰ ਛਾਪਦੇ ਆ, ਜਾਂ ਲਿਖਦੇ ਆ, ਜਾਂ ਦਿਖਾਉਂਦੇ, ਉਹ ਵੀ ਤਾਂ ਪੱਤਰਕਾਰ ਹੀ ਆ ਨਾ। ਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਆਈਸੋਲੇਟ ਕਰਨ ਦੇ ਨਾਲ ਜਿਹੜੇ ਥੋੜੇ ਬਹੁਤੇ ਬਿਟਵੀਨ ਦਾ ਲਾਈਨ ਬੈਠੇ ਸੀਗੇ ਉਹ ਵੀ ਸਿੱਧੇ ਹੋ ਜਾਣਗੇ, ਕਿਉਂਕਿ ਸਹੁੰ ਖਾਦੀ ਹੁੰਦੀ ਆ ਕਿ ਅਸੀਂ ਸੱਚਾਈ ਨੂੰ ਪੇਸ਼ ਕਰਾਂਗੇ, ਸੱਚਾਈ ਨੂੰ ਦੱਸਾਂਗੇ। ਤਾਂ ਕਿਤੇ ਨਾ ਕਿਤੇ ਕੌਨਸ਼ੀਅਸ ਹੋ ਸਕਦਾ ਜਿਹੜੇ ਇਦਾਂ ਦੇ ਹੈਗੇ ਆ ਉਹਨਾਂ ਦੀ ਵੀ ਜਾਗ ਪਵੇ, ਤੇ ਘੱਟੋ ਘੱਟ ਲੋਕਾਂ ਤੱਕ ਸਹੀ ਖਬਰਾਂ ਆਉਣ, ਸਹੀ ਇਨਫੋਰਮੇਸ਼ਨ ਆ ਜੇ, ਸਹੀ ਫੈਸਲੇ ਹੋਣਗੇ। ਸਹੀ ਫੈਸਲੇ ਹੋਣਗੇ, ਤੁਹਾਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਠੀਕ ਚੱਲਣਗੀਆਂ। ਸੰਸਥਾਵਾਂ ਠੀਕ ਚੱਲਣਗੀਆਂ, ਲੋਕਾਂ ਦਾ ਵਿਸ਼ਵਾਸ ਸੰਸਥਾਵਾਂ ਦੇ ਉੱਤੇ ਜਿਹੜਾ ਵਧੂਗਾ। ਇਹਦੇ ਨਾਲ ਹੀ ਅਸੀਂ ਲੋਕਤੰਤਰ ਨੂੰ ਜਾਂ ਆਪਣੇ ਦੇਸ਼ ਦੀ ਜਿਹੜੀ ਆਜ਼ਾਦੀ ਹੈਗੀ ਆ ਉਹਨੂੰ ਤਗੜਾ ਕਰ ਸਕਦੇ ਹਾਂ, ਜਾਂ ਉਹਨੂੰ ਸਟਰੈਂਥਨ ਕਰ ਸਕਦੇ ਹਾਂ, ਜਾਂ ਉਹਨੂੰ ਹੋਰ ਫਰਦਰ ਜਿਹੜਾ ਅੱਗੇ ਲਿਜਾ ਸਕਦੇ ਹਾਂ। ਜੀ ਬਿਲਕੁਲ ਬਿਲਕੁਲ। ਸੋ ਸੇਖੋਂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਨਾਲ ਜੁੜੇ, ਸ਼ੁਕਰੀਆ ਤੁਹਾਡਾ।
ਜੀ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਰਾਜਨੀਤਿਕ ਟਿੱਪਣੀਕਾਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਇੰਡੀਆ ਗਰੁੱਪ ਵੱਲੋਂ ਜਿਹੜੇ ਪੱਤਰਕਾਰਾਂ ਦਾ ਬਾਈਕਾਟ ਕੀਤਾ ਗਿਆ ਸੀ ਜਾਂ ਹੋਰ ਤਰੀਕੇ ਦੀ ਮੀਡੀਆ ਨੂੰ ਲੈ ਕੇ ਕੀ ਡਿਵੈਲਪਮੈਂਟ ਸੀ ਉਸ ਗਰੁੱਪ ਵੱਲੋਂ, ਉਹਦੇ ਤੇ ਸੇਖੋਂ ਸਾਹਿਬ ਦੇ ਨਾਲ ਗੱਲਬਾਤ ਕੀਤੀ। ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ।